Good morning, grade 7th. I hope you all are well and fit and fine at your home. क्लास आज ਅਸੀਂ ਪੜਨ ਜਾ ਰਹੇ ਹਾਂ ਡੱਡੂ ਦਾ ਵਿਆਹ ਹੈ। ਡੱਡੂ ਦਾ ਵਿਆਹ ਬੱਚੇ, ਡੱਡੂ ਦਾ ਵਿਆਹ ਤਾਂ ਸੁਣਿਆ ਹੀ ਨਹੀਂ ਕਦੀ। ਚਲੋ ਇਸ ਚੈਪਟਰ ਨੂੰ ਪੜ੍ਹ ਕੇ ਦੇਖਦੇ ਹਾਂ ਕਿ ਕੀ ਕਹਾਣੀ ਹੈ ਕਿ ਇਸ ਦਾ ਮੇਨ ਸਿਰਲੇਖ ਬੱਚੇ ਡੱਡੂ ਦਾ ਵਿਆਹ ਲਿਖਿਆ ਹੋਇਆ ਹੈ। ਉਹਨਾਂ ਜ਼ਿਲ੍ਹਿਆਂ ਵਿੱਚ ਹਾਹਾਕਾਰ ਮਚੀ ਹੋਈ ਸੀ। ਹੜ੍ਹ ਦਾ ਮਹੀਨਾ ਲੰਘ ਚੁੱਕਾ ਸੀ, ਸਾਉਣ ਵੀ ਖਤਮ ਹੋਣ ਤੇ ਆ ਗਿਆ, ਪਰ ਪਾਣੀ ਦੀ ਇੱਕ ਬੂੰਦ ਵੀ ਨਾ ਪਈ। ਅਸਮਾਨ ਤੇ ਕਦੇ-ਕਦੇ ਕੁਝ ਬਦਲੀਆਂ ਆ ਕੇ ਨਿਕਲ ਜਾਂਦੀਆਂ। ਉਮੀਦ ਸੀ ਕਿ ਮੀਂਹ ਪਵੇਗਾ, ਕਿਉਂਕਿ ਪਿੰਡ ਵਾਲਿਆਂ ਨੇ ਅਖਬਾਰਾਂ ਵਿੱਚ ਪੜ੍ਹਿਆ ਸੀ ਕਿ ਲਾਗਲੇ ਸ਼ਹਿਰਾਂ ਵਿੱਚ ਬੜੀ ਜ਼ੋਰਦਾਰ ਬਾਰਿਸ਼ ਹੋਈ। ਹੜ੍ਹ ਲੰਘਦਿਆਂ ਹੀ ਥੋੜ੍ਹਾ ਮੀਂਹ ਪਿਆ ਵੀ ਸੀ, ਅੱਗੋਂ ਵੀ ਪਵੇਗਾ। ਇਸੇ ਉਮੀਦ ਨਾਲ ਖੇਤਾਂ ਵਿੱਚ ਅਨਾਜ ਬੀਜ ਦਿੱਤਾ। ਅਨਾਜ ਉੱਗ ਵੀ ਪਿਆ ਤੇ ਫਿਰ ਹਰਾ ਕੱਚਾ ਅਨਾਜ ਸੁੱਕਣ ਲੱਗਾ। ਜੇ 4-6 ਦਿਨ ਹੋਰ ਬਾਰਿਸ਼ ਨਾ ਹੋਈ ਤਾਂ ਸਭ ਖਤਮ ਹੋ ਜਾਵੇਗਾ। ਲੋਕ ਬੜੇ ਦੁਖੀ ਸਨ। ਪਿੰਡਾਂ ਵਿੱਚ ਸਿਆਣਿਆਂ ਦੀ ਕੋਈ ਕਮੀ ਨਹੀਂ ਸੀ। ਟੂਣੇ, ਟੋਟਕੇ, ਦੀਵਾ, ਬੱਤੀਆਂ ਸਭ ਕੁਝ ਕੀਤਾ ਗਿਆ, ਪਰ ਕੋਈ ਅਸਰ ਨਾ ਹੋਇਆ। ਇੱਕ ਪਿੰਡ ਦੇ ਬਜ਼ੁਰਗ ਪੰਡਤ ਜੀ ਬੜੇ ਸੂਝਵਾਨ ਸੀ। ਉਹਨਾਂ ਨੇ ਪਿੰਡ ਵਾਲਿਆਂ ਨੂੰ ਸੱਦਿਆ। ਮੀਂਹ ਪੈ ਜਾਵੇ, ਇਸ ਲਈ ਹੋਰ ਕੀ ਉਪਾਅ ਕੀਤੇ ਜਾਣ। ਕੁਝ ਦੇਰ ਤਾਂ ਇਸੇ ਗੱਲ 'ਤੇ ਚਰਚਾ ਹੁੰਦੀ ਰਹੀ। ਫਿਰ ਪੰਡਤ ਜੀ ਨੇ ਮੌਕਾ ਵੇਖ ਕੇ ਕਿਹਾ, ਇੰਦਰ ਬਾਰਿਸ਼ ਦੇ ਦੇਵਤਾ ਹਨ, ਉਹਨਾਂ ਨੂੰ ਖੁਸ਼ ਕਰਨਾ ਪਵੇਗਾ। ਸਭ ਤਰ੍ਹਾਂ ਦੇ ਹੀਲੇ ਤਾਂ ਕਰ ਲਏ ਹਨ, ਕੋਈ ਪਿੰਡ ਐਸਾ ਨਹੀਂ ਜਿੱਥੇ ਕੋਈ ਨਾ ਕੋਈ ਉਪਾਅ ਨਾ ਕੀਤਾ ਹੋ ਗਿਆ ਹੋਵੇ, ਪਰ ਕੋਈ ਲਾਭ ਨਹੀਂ ਹੋਇਆ। ਉਹਨਾਂ ਲੋਕਾਂ ਨੇ ਦੱਸਿਆ ਜਿਨ੍ਹਾਂ ਨੂੰ ਇਸ ਬਾਰੇ ਪਤਾ ਸੀ ਤੇ ਉਹਨਾਂ ਪਿੰਡਾਂ ਦੇ ਨਾਂ ਵੀ ਲਏ। ਹਵਨ ਕਥਾਵਾਂ ਕਰਾਉਣ, ਬੱਕਰੇ, ਮੁਰਗੀਆਂ ਆਦਿ ਦੀ ਬਲੀ ਦੇਣ ਬਾਰੇ ਕਿਸੇ ਨੇ ਫਿਰ ਸਲਾਹ ਦਿੱਤੀ, ਪਰ ਪੰਡਤ ਜੀ ਦਾ ਨਵਾਂ ਸੁਝਾਅ ਬੜਾ ਦਿਲਚਸਪ ਸੀ। ਪੰਡਤ ਜੀ ਨੇ ਕਿਹਾ, ਦੱਸੋ ਭਲਾ ਬਰਸਾਤ ਵਿੱਚ ਡੱਡੂ ਹੀ ਕਿਉਂ ਐਨਾ ਰੌਲਾ ਪਾਉਂਦੇ ਹਨ? ਕਿਉਂ ਐਨੀ ਗਿਣਤੀ ਵਿੱਚ ਵੱਧ ਜਾਂਦੇ ਹਨ? ਕਦੇ ਕਿਸੇ ਨੇ ਇਸ ਬਾਰੇ ਵਿਚਾਰਿਆ? ਨਹੀਂ ਪਤਾ ਨਾ। ਮੈਂ ਦੱਸਾਂ, ਅਸਲ ਵਿੱਚ ਇੰਦਰ ਪਾਣੀ ਦੇ ਦੇਵਤਾ ਹਨ। ਗੱਲ ਇਹ ਹੈ ਕਿ ਇੰਦਰ ਨੂੰ ਡੱਡੂ ਬਹੁਤ ਪਿਆਰੇ ਹਨ। ਇਹ ਜੋ ਟਰ ਦੀ ਰਟ ਲਾਉਂਦੇ ਹਨ, ਇੰਦਰ ਦੇਵਤਾ ਦੀ ਜੈਕਾਰ ਕਰਦੇ ਹਨ। ਡੱਡੂਆਂ ਦੀ ਇਹ ਟਰ ਇੰਦਰ ਦੇਵਤਾ ਨੂੰ ਬਹੁਤ ਪ੍ਰਸੰਨ ਕਰਦੀ ਹੈ। ਥੜੇ ਤੇ ਬੈਠੇ ਲੋਕ ਪੰਡਤ ਜੀ ਵੱਲ ਵੇਖ ਰਹੇ ਸਨ ਅਤੇ ਉਹ ਅੱਗੇ ਕੀ ਕਹਿੰਦੇ ਹਨ। ਪੰਡਤ ਜੀ ਨੇ ਫਿਰ ਕਿਹਾ, ਕਿਸੇ ਡੱਡੂ ਤੇ ਡੱਡੀ ਦਾ ਵਿਆਹ ਕਰਾ ਦਿਓ। ਕੁਝ ਲੋਕ ਮੁਸਕਰਾ ਪਏ, ਪਰ ਅਨੁਭਵੀ ਪੰਡਤ ਜੀ ਦੀ ਗੰਭੀਰ ਸ਼ਕਲ ਵੇਖ ਕੇ ਹੱਸ ਨਾ ਸਕੇ। ਇੱਕ ਨੇ ਪੁੱਛਿਆ, ਇਹ ਸਭ ਕਿਸ ਤਰ੍ਹਾਂ ਹੋਵੇਗਾ? ਡੱਡੂ ਦੇ ਵਿਆਹ ਦਾ ਤਰੀਕਾ ਤਾਂ ਦੱਸੋ ਪੰਡਤ ਜੀ। ਪੰਡਤ ਜੀ ਨੇ ਤਰੀਕਾ ਦੱਸਿਆ, ਉਸੇ ਤਰ੍ਹਾਂ ਹੀ ਕਰੋ। ਡੱਡੂ ਡੱਡੀ ਦਾ ਵਿਆਹ ਜਿਸ ਤਰ੍ਹਾਂ ਅਸੀਂ ਮੁੰਡੇ ਕੁੜੀ ਦਾ ਵਿਆਹ ਕਰਦੇ ਹਾਂ, ਕੁੜਮਾਈ, ਸ਼ਗਨ, ਟਿੱਕਾ, ਅਸਤਬਾਜੀ, ਲਾਵਾਂ ਤੇ ਬਰਾਤ ਸਭ ਧੂਮ-ਧਾਮ ਨਾਲ ਕਰਨਾ ਚਾਹੀਦਾ ਹੈ। ਆਪਣੇ ਪਿਆਰੇ ਡੱਡੂਆਂ ਦੀ ਖੁਸ਼ੀ ਵੇਖ ਕੇ ਇੰਦਰ ਦੇਵਤਾ ਪ੍ਰਸੰਨ ਹੋਣਗੇ। ਲੋਕਾਂ ਨੇ ਅਸਮਾਨ ਵੱਲ ਤੱਕਿਆ। ਤਾਰੇ ਲਿਸ਼ਕ ਰਹੇ ਸਨ। ਬੱਦਲਾਂ ਦਾ ਕਿਧਰੇ ਨਿਸ਼ਾਨ ਤੱਕ ਵੀ ਨਹੀਂ। ਵਰਖਾ ਨਾ ਹੋਈ ਤਾਂ ਨਾ ਮਰ ਜਾਵਾਂਗੇ। ਜਾਨਵਰਾਂ ਦਾ ਕੀ ਹਾਲ ਹੋਵੇਗਾ? ਇਹ ਸੋਚ ਕੇ ਉਹਨਾਂ ਨੂੰ ਡਰ ਵੀ ਲੱਗਾ। ਲੋਕਾਂ ਨੇ ਪੰਡਤ ਜੀ ਦੀ ਗੱਲ ਮੰਨ ਲਈ।
ਚੰਦਾ ਇਕੱਠਾ ਕੀਤਾ ਗਿਆ। ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਇਸ ਅਨੋਖੇ ਵਿਆਹ ਦੀ ਖਬਰ ਕਰ ਦਿੱਤੀ ਗਈ। ਉਤਸੁਕਤਾ ਵੀ ਸੀ ਤੇ ਲੋਕ ਡਰ ਵੀ ਰਹੇ ਸਨ। ਜੇ ਪੰਡਤ ਜੀ ਦੀ ਗੱਲ ਨਾ ਮੰਨੇ ਤਾਂ ਹੋ ਸਕਦਾ ਹੈ ਕਿ ਇੰਦਰ ਦੇਵਤਾ ਹੋਰ ਵੀ ਨਾਰਾਜ਼ ਹੋ ਜਾਣ। ਫੇਰ ਕੀ ਹੋਵੇਗਾ? ਸਭ ਸਤਿਆਨਾਸ਼। ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਮੰਨ ਗਏ। ਕਾਫੀ ਚੰਦਾ ਥੋੜੀ ਹੀ ਦੇਰ ਵਿੱਚ ਇਕੱਠਾ ਹੋ ਗਿਆ। ਪੰਡਤ ਜੀ ਨੇ ਇੱਕ ਜੋੜੀ ਡੱਡੂ ਵੀ ਕਿੱਧਰੋਂ ਫੜ ਕੇ ਰੱਖ ਲਏ। ਇੱਕ ਡੱਡੂ ਨਰ ਸੀ, ਦੂਜਾ ਮਾਦਾ। ਬ੍ਰਾਹਮਣਾਂ ਦੀ ਕਮੀ ਨਹੀਂ ਸੀ। ਵਿਆਹ ਦੀ ਧੂਮ-ਧਾਮ ਦਾ ਮਜ਼ਾ ਦੇ ਨਾਲੇ ਦਾਨ ਦਖਣਾ ਪਿੰਡ ਦੇ 2 ਸ਼ਰੀਫ ਆਦਮੀ ਡੱਡੂ ਅਤੇ ਡੱਡੀ ਦੇ ਮਾਤਾ ਪਿਤਾ ਬਣ ਗਏ। ਮਹੂਰਤ ਕੱਢਿਆ ਗਿਆ। ਜਲਦੀ ਦਾ ਮਹੂਰਤ। ਵਾਜਿਆਂ ਗਾਜਿਆਂ ਨਾਲ ਕੁੜਮਾਈ ਤੇ ਮੰਗਣੀ ਦੀ ਰਸਮ ਅਦਾ ਕੀਤੀ ਗਈ। ਦੋਹਾਂ ਘਰਾਂ ਵਿੱਚ ਦਾਵਤ ਹੋਈ। ਡੱਡੂ ਡੱਡੀ ਪੰਡਤ ਜੀ ਕੋਲ ਹੀ ਸਨ। ਉਹੀ ਉਹਨਾਂ ਨੂੰ ਖੁਆ ਪਿਆ ਰਹੇ ਸਨ। ਕਿਸੇ ਦੂਜੀ ਜਗ੍ਹਾ ਰੱਖ ਕੇ ਉਹਨਾਂ ਦੇ ਜਿਉਣ ਮਰਨ ਦਾ ਜੋਖਮ ਕੌਣ ਲੈਂਦਾ? ਟਿੱਕੇ ਤੇ ਲਾਵਾਂ ਦਾ ਦਿਨ ਆਇਆ। ਪਾਣੀ ਤੇ ਇੱਕ ਬਰਤਨ ਵਿੱਚ ਡੱਡੀ ਉਸ ਘਰ ਵਿੱਚ ਰੱਖ ਦਿੱਤੀ ਜਿਸ ਦੇ ਮਾਲਕ ਨੇ ਕੰਨਿਆਦਾਨ ਕਰਨਾ ਸੀ। ਉਸ ਨੇ ਸੋਚਿਆ ਹੋ ਸਕਦਾ ਹੈ ਕਿ ਬਾਰਿਸ਼ ਹੋ ਜਾਏ, ਨਹੀਂ ਵੀ ਹੋਏਗੀ ਤਾਂ ਕੰਨਿਆਦਾਨ ਦਾ ਪੁੰਨ ਹੀ ਮਿਲ ਜਾਏਗਾ। ਡੱਡੂ ਲਾੜਾ ਪਾਲਕੀ ਵਿੱਚ ਬਿਠਾ ਦਿੱਤਾ ਗਿਆ। ਉਸ ਨੂੰ ਇੱਕ ਧਾਗੇ ਨਾਲ ਬੰਨ੍ਹ ਕੇ ਰੱਖਿਆ ਗਿਆ। ਉਛਲ ਕੇ ਕਿਤੇ ਚਲਾ ਗਿਆ ਤਾਂ ਸਾਰਾ ਕੰਮ ਖਰਾਬ ਹੋ ਜਾਏਗਾ। ਆਤਿਸ਼ਬਾਜ਼ੀ ਛੱਡੀ ਗਈ। ਬਿਨਾਂ ਆਤਿਸ਼ਬਾਜ਼ੀ ਦੇ ਭਲਾ ਵਿਆਹ ਕੀ? ਟਿੱਕਾ ਲਗਾਉਣ ਦੀ ਵਾਰੀ ਆਈ। ਜਿਉਂ ਹੀ ਬ੍ਰਾਹਮਣਾਂ ਨੇ ਚੰਦਨ ਲੈ ਕੇ ਹੱਥ ਅੱਗੇ ਵਧਾਇਆ, ਡੱਡੂ ਉਛਲਿਆ। ਬ੍ਰਾਹਮਣ ਡਰ ਕੇ ਪਿੱਛੇ ਹੋ ਗਿਆ। ਚੰਗਾ ਇਹ ਹੋਇਆ ਕਿ ਡੱਡੂ ਇੱਕ ਪੱਕੀ ਡੋਰੀ ਨਾਲ ਬੰਨ੍ਹਿਆ ਹੋਇਆ ਸੀ, ਨਹੀਂ ਤਾਂ ਉਸ ਨੂੰ ਫੜਾਉਣ ਵਿੱਚ ਮਹੂਰਤ ਨਿਕਲ ਜਾਣਾ ਸੀ। ਕੁਝ ਲੋਕ ਡੱਡੂ ਦੇ ਉਛਲਣ ਕੁੱਦਣ ਕਰਕੇ ਹੱਸ ਪਏ। ਕੁਝ ਲੋਕਾਂ ਨੇ ਬ੍ਰਾਹਮਣ ਨੂੰ ਡਾਂਟਿਆ, ਡਰਦੇ ਕਿ ਉਹ ਪੰਡਤ ਜੀ ਦਖਣਾ ਮਿਲੇਗੀ, ਚਲੋ ਛੇਤੀ ਟਿੱਕਾ ਲਗਾਓ। ਪੰਡਤ ਜੀ ਨੇ ਹਿੰਮਤ ਕਰਕੇ ਡੱਡੂ ਤੇ ਚੰਦਨ ਛਿੜਕ ਦਿੱਤਾ ਤੇ ਫਿਰ ਲਾਵਾਂ ਹੋਈਆਂ। ਇੱਕ ਚੌਂਕੀ ਤੇ ਡੱਡੂ ਬੰਨਿਆ ਗਿਆ, ਦੂਜੀ ਤੇ ਡੱਡੀ। ਦੋਹਾਂ ਨੇ ਟਰ ਸ਼ੁਰੂ ਕੀਤੀ। ਪੰਡਤ ਜੀ ਬੋਲੇ, ਇਹ ਦੋਵੇਂ ਇੱਕ ਦੂਜੇ ਨਾਲ ਵਿਆਹ ਬਾਰੇ ਚਰਚਾ ਕਰ ਰਹੇ ਹਨ। ਬ੍ਰਾਹਮਣਾਂ ਨੇ ਲਾਵਾਂ ਪੜੀਆਂ। ਡੱਡੀ ਦੀ ਡੋਲੀ ਤੁਰੀ। ਡੱਡੂ ਦੇ ਪਿਤਾ ਜੀ ਨੂੰ ਦਾਜ ਵੀ ਮਿਲਿਆ। ਜਦ ਇਨਸਾਨਾਂ ਦੇ ਵਿਆਹ ਵਿੱਚ ਦਾਜ ਦਿੱਤਾ ਜਾਂਦਾ ਹੈ ਤਾਂ ਡੱਡੂ ਡੱਡੀ ਦਾ ਵਿਆਹ ਵਿੱਚ ਹੱਥ ਕਿਉਂ ਪਿੱਛੇ ਕੀਤਾ ਜਾਏ? ਬਾਰਿਸ਼ ਹੋਵੇ ਜਾਂ ਨਾ ਹੋਵੇ, ਡੱਡੂ ਦੇ ਪਿਤਾ ਜੀ ਮਾਲਾਮਾਲ ਹੋ ਗਏ। ਪੰਡਤ ਜੀ ਦੀ ਜੇਬ ਵਿੱਚ ਕੁਝ ਰੁਪਏ ਗਏ ਤਾਂ ਇੰਦਰ ਦੇਵਤਾ ਨੇ ਵੀ ਕਿਰਪਾ ਕੀਤੀ। ਡੱਡੀ ਅਜੇ ਆਪਣੇ ਸਹੁਰੇ ਨਹੀਂ ਪਹੁੰਚੀ, ਆਸਮਾਨ ਵਿੱਚ ਕਾਲੇ ਬੱਦਲ ਛਾ ਗਏ। ਖੂਬ ਗਜੇ ਫਿਰ ਵਰਨ ਲੱਗੇ। ਮੁਹੱਲੇ ਤਾਰ। ਲੋਕ ਖੁਸ਼ ਹੋ ਗਏ। ਪੰਡਤ ਜੀ ਦੀ ਵੀ ਧਾਕ ਜੰਮ ਗਈ। ਕਹਿੰਦੇ ਫਿਰਨ ਲੱਗੇ, ਮੇਰੀ ਗੱਲ ਐਵੇਂ ਤਾਂ ਨਹੀਂ ਗਈ। ਵੇਖਿਆ ਜੇ ਇੰਦਰ ਦੇਵਤਾ ਖੁਸ਼ ਹੋ ਗਏ ਨਾ। ਸੱਚੀ ਸ਼ਰਧਾ ਨਾਲ ਵਿਆਹ ਕਰਾਇਆ ਸੀ ਮੈਂ। ਮੀਂਹ ਪਿਆ ਤੇ ਇੰਨਾ ਕਿ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ। ਨਦੀਆਂ ਨਾਲੇ ਚੜ੍ਹ ਗਏ। ਪਿੰਡਾਂ ਵਿੱਚ ਹੜ੍ਹ ਆ ਗਿਆ। ਛੱਪੜ ਤੇ ਤਲਾਬ ਭਰ ਗਏ। ਇੱਕ ਦੋ ਥਾਵਾਂ ਤੇ ਬੰਨ੍ਹ ਟੁੱਟ ਗਏ। ਖੇਤਾਂ ਵਿੱਚ ਪਾਣੀ ਭਰ ਗਿਆ। ਸੜਕਾਂ ਟੁੱਟ ਗਈਆਂ। ਪਿੰਡਾਂ ਵਿੱਚ ਪਾਣੀ ਠਾਠਾਂ ਮਾਰਨ ਲੱਗਾ। ਪਿੰਡਾਂ ਦੇ ਲੋਕ, ਉਹਨਾਂ ਦੇ ਜਾਨਵਰ ਪਾਣੀ ਵਿੱਚ ਡੁੱਬਣ ਲੱਗੇ। ਬਹੁਤ ਸਾਰੇ ਤਾਂ ਮਰ ਗਏ। ਜ਼ਮੀਨ ਜਾਇਦਾਦ ਦਾ ਬੜਾ ਨੁਕਸਾਨ ਹੋਇਆ। 8-10 ਦਿਨਾਂ ਦੇ ਅੰਦਰ ਹੀ ਬਰਬਾਦੀ ਹੋ ਗਈ। ਇੰਦਰ ਦੇਵਤਾ ਅੱਗੇ ਬੜੇ ਹੱਥ ਜੋੜੇ, ਬਸ ਕਰੋ ਮਹਾਰਾਜ, ਇੰਨਾ ਮੀਂਹ ਨਹੀਂ ਚਾਹੀਦਾ। ਪਰ ਉਹ ਨਾ ਮੰਨੇ। ਹੁਣ ਲੋਕ ਕਹਿਣ ਲੱਗੇ, ਇਸ ਦੀ ਬਰਬਾਦੀ ਤੋਂ ਤਾਂ ਸੋਕਾ ਹੀ ਚੰਗਾ ਸੀ।
ਪੰਡਿਤ ਜੀ ਨੂੰ ਬੁਲਾਇਆ। ਹੁਣ ਕੀ ਕੀਤਾ ਜਾਏ? ਉਹਨਾਂ ਦਾ ਨੁਸਖਾ ਤਿਆਰ ਸੀ। ਕਹਿਣ ਲੱਗੇ, ਕੋਈ ਗੱਲ ਨਹੀਂ, ਸਰਕਾਰ ਨੇ ਤਲਾਕ ਦਾ ਕਾਨੂੰਨ ਪਾਸ ਕਰ ਦਿੱਤਾ ਹੈ। ਡੱਡੀ ਦਾ ਤਲਾਕ ਕਰਵਾ ਦਿੰਦੇ ਹਾਂ, ਬਾਰਿਸ਼ ਬੰਦ ਹੋ ਜਾਏਗੀ। ਪਰ ਡੱਡੂਆਂ ਦਾ ਉਹ ਜੋੜਾ ਕਿੱਥੇ ਮਿਲੇਗਾ? ਲੋਕਾਂ ਨੇ ਸਵਾਲ ਕੀਤਾ। ਪੰਡਿਤ ਜੀ ਦਾ ਜਵਾਬ ਉਹਨਾਂ ਦੀ ਜੇਬ ਵਿੱਚ ਹੀ ਸੀ। ਉਹਨਾਂ ਨੇ ਝੱਟ ਕਿਹਾ, ਮੇਰੇ ਕੋਲ ਹੈ। ਉਹ ਕਿੱਥੋਂ ਆਇਆ? ਕਿਸੇ ਨੇ ਪੁੱਛਿਆ। ਜਵਾਬ ਦਿੱਤਾ, ਡੱਡੂ ਦੇ ਪਿਤਾ ਦੇ ਘਰੋਂ ਦੋਹਾਂ ਨੂੰ ਲੈ ਆਇਆ ਸੀ। ਮੈਨੂੰ ਪਤਾ ਸੀ ਕਿ ਕੁਝ ਅੜਚਨ ਆ ਪਵੇਗੀ। ਬਾਰਿਸ਼ ਵਿੱਚ ਹੀ ਤਲਾਕ ਕਰਾਈ ਜਲਦੀ ਕੀਤੀ ਗਈ। ਤਲਾਕ ਕਰਾਉਣ ਵਿੱਚ ਕੁਝ ਜ਼ਿਆਦਾ ਦੇਰ ਨਹੀਂ ਲੱਗਣੀ ਸੀ ਤੇ ਨਾ ਹੀ ਲੱਗੀ ਤੇ ਕੋਈ ਪੈਸਾ ਖਰਚ ਨਹੀਂ ਹੋਇਆ। ਡੱਡੀ ਦੋਹਾਂ ਨੂੰ ਛੱਡ ਦਿੱਤਾ ਗਿਆ। ਦੋਵੇਂ ਉਛਲ ਕੇ ਕਿਤੇ ਇੱਧਰ ਉੱਧਰ ਹੋ ਗਏ, ਪਰ ਬਾਰਿਸ਼ ਬੰਦ ਨਾ ਹੋਈ। ਹੜ੍ਹ ਤੇ ਹੜ੍ਹ ਆ ਰਹੇ ਸਨ। ਲੋਕਾਂ ਦੀਆਂ ਮੁਸੀਬਤਾਂ ਦਾ ਕੋਈ ਅੰਤ ਨਹੀਂ ਸੀ। ਲੋਕ ਪਿੰਡ ਛੱਡ ਕੇ ਇੱਧਰ ਉੱਧਰ ਜਾ ਰਹੇ ਸਨ। ਇੱਕ ਦੋ ਦੇ ਦਿਲ ਵਿੱਚ ਆਇਆ, ਜੇ ਪੰਡਿਤ ਜੀ ਮਿਲ ਜਾਣ ਤਾਂ ਉਹਨਾਂ ਦਾ ਸਿਰ ਭੰਨ ਦੇਈਏ। ਪਰ ਪੰਡਿਤ ਜੀ ਵੀ ਕਿਤੇ ਚਲੇ ਗਏ ਸਨ। ਠੀਕ ਹੈ ਬੱਚੇ, ਇਹ ਸੀ ਤੁਹਾਡੀ ਕਹਾਣੀ। ਬੱਚੇ, ਹੁਣ ਅਸੀਂ ਬੈਕ ਐਕਸਰਸਾਈਜ਼ ਕਰਾਂਗੇ। ਠੀਕ ਹੈ ਬੱਚਾ? ਥੈਂਕ ਯੂ, ਹੈਵ ਅ ਨਾਈਸ ਡੇ।